सुधार देने आया हूँ और सचमुच प्रभु यीशु मसीह ने इस वचन के अनुसार इस बहन को दुष्ट आत्मा से छुटकारा दिया। सारिਆਂ ਨੂੰ ਜੈ ਮਸੀਹ जी। मेरा नाम पुष्पा, ਇਹ ਮੇਰਾ ਬੇਟਾ सलीम। ਅਸੀਂ ਧਾਰੀਵਾਲ ਸ਼ਹਿਰ ਗੁਰਦਾਸਪੁਰ ਦੇ ਰਹਿਣ ਵਾਲੇ ਆ। ਅੱਜ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ। 1990 ਵਿੱਚ ਮੇਰਾ ਵਿਆਹ ਹੋਇਆ ਸੀ। ਉਸ ਤੋਂ ਥੋੜਾ ਬਾਅਦ ਹੀ ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਹੋਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਜਦੋਂ ਹੀ ਮੈਂ ਰਾਤ ਨੂੰ ਸੌਣਾ ਤੇ ਮੈਨੂੰ ਡਰਾਉਣੇ ਸੁਪਨੇ ਆਉਣੇ, ਮੁਰਦਿਆਂ ਦੇ ਸੁਪਨੇ ਆਉਣੇ, ਮੇਰੇ ਉੱਤੇ ਬੜਾ ਦਬਾਅ ਪੈਣਾ। ਜਦੋਂ ਦਬਾਅ ਪੈਂਦਾ ਸੀ ਮੇਰਾ ਸਾਹ ਘੁੱਟਿਆ ਜਾਂਦਾ ਸੀ, ਬਿਲਕੁਲ ਆਪਣਾ ਸਰੀਰ ਨਹੀਂ ਹਿਲਾ ਸਕਦੀ। ਇਸ ਤਰ੍ਹਾਂ ਫਿਰ ਜਦੋਂ ਮੈਂ ਸਵੇਰੇ ਉੱਠਣਾ ਮੇਰੇ ਸਵੇਰ ਉੱਤੇ ਨੀਲ ਪਏ ਹੁੰਦੇ ਸੀ ਬੜਾ। ਫਿਰ ਇਸ ਤਰ੍ਹਾਂ ਕਰਦੇ ਕਰਦੇ ਫਿਰ ਮੇਰਾ ਬਹੁਤ ਜ਼ਿਆਦਾ ਮਾੜਾ ਹਾਲ ਹੋ ਗਿਆ। ਦੁਸ਼ਟ ਆਤਮਾ ਮੇਰਾ ਸਿੱਧਾ ਸਿਰ ਦੇ ਉੱਤੇ ਅਟੈਕ ਕਰਦੀ ਸੀ। ਜਦੋਂ ਮੈਂ ਸਿਰ ਉੱਤੇ ਅਟੈਕ ਕਰਦੀ ਸੀ ਮੇਰਾ ਇਸ ਤਰ੍ਹਾਂ ਹੋਣਾ ਕਿ ਜਿਸ ਤਰ੍ਹਾਂ ਮੈਂ ਨਾ ਸਿਰ ਬੰਨ੍ਹ ਕੇ ਮੈਂ ਸਾਰੀ ਦਿਹਾੜੀ ਪਈ ਰਹਿੰਦੀ ਹੁੰਦੀ ਹਾਂ ਲੰਮੇ। ਜਦੋਂ ਮੈਂ ਮੰਜੇ ਤੇ ਪਏ ਰਹਿਣਾ ਮੇਰੇ ਘਰ ਵਾਲੇ ਨੇ ਪੁੱਛਣਾ, ਮੇਰੀ ਸੱਸ ਨੇ ਪੁੱਛਣਾ ਵੀ ਬੇਟਾ ਕੀ ਹੁੰਦਾ ਵਾ। ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਰਾਤ ਜਦੋਂ ਮੈਂ ਸੌਂਦੀ ਹਾਂ ਤੇ ਮੈਂ ਇਕੱਲੀ ਸੌਂ ਨਹੀਂ ਸਕਦੀ, ਮੈਨੂੰ ਰਾਤ ਨੂੰ ਦਬਾਅ ਹੁੰਦਾ ਵਾ। ਜਦੋਂ ਮੇਰੇ ਪਰਿਵਾਰ ਨੂੰ ਪਤਾ ਲੱਗਾ, ਮੇਰੇ ਘਰਦਿਆਂ ਨੂੰ ਵੀ ਠੀਕ ਨਹੀਂ ਹੈਗੇ, ਉਹਨਾਂ ਅਨੀ ਜਗ੍ਹਾ ਤੇ ਖੜਨਾ ਮੈਨੂੰ ਸ਼ੁਰੂ ਕਰ ਦਿੱਤਾ। ਜੋ ਵੀ ਕੁਛ ਉਹਨਾਂ ਨੇ ਬੋਲਣਾ ਉਪਾਏ ਕਰਨਾ, ਮਾਸਾ ਫਰਕ ਨਹੀਂ ਪੈਂਦਾ ਕਿਸੇ ਗੱਲ ਦਾ ਵੀ। ਅਟੈਕ ਹੋਰ ਹੀ ਵੱਧਦੇ ਜਾਂਦੇ ਸੀ। ਜਦੋਂ ਹੀ ਮੈਂ ਘਰ ਇਕੱਲੀ ਬੈਠੀ ਹੁੰਦੀ ਹਾਂ ਉਦੋਂ ਹੀ ਮੇਰਾ ਸਰੀਰ ਜਕੜਿਆ ਜਾਂਦਾ ਸੀ। ਇਸ ਤਰ੍ਹਾਂ ਹੀ ਹੁੰਦਾ ਸੀ ਵੀ ਜਿਸ ਤਰ੍ਹਾਂ ਕਿਸੇ ਨੇ ਮੈਨੂੰ ਫੜ ਲਿਆ ਵਾ। ਇਸ ਤਰ੍ਹਾਂ ਹੀ ਫਿਰ ਮੇਰੇ ਬੱਚੇ ਹੋ ਗਏ। ਇਸ ਤਰ੍ਹਾਂ ਹੀ ਫਿਰ ਦੁਸ਼ਟ ਆਤਮਾ ਦੇ ਅਟੈਕ ਫਿਰ ਵੀ ਮੇਰੇ ਉੱਤੇ ਹੋਣੇ ਨਹੀਂ ਬੰਦ ਹੋਏ। ਫਿਰ ਵੀ ਦੁਸ਼ਟ ਆਤਮਾ ਦੇ ਅਟੈਕ ਹੁੰਦੇ, ਬੱਚੇ ਫਿਰ ਜਵਾਨ ਹੋਏ। ਇਸ ਤਰ੍ਹਾਂ ਹੀ ਫਿਰ ਵੀ ਮੇਰਾ ਹੋਰ ਵੀ ਜ਼ਿਆਦਾ ਹੀ ਮੈਂ ਇਹਨਾਂ ਕੰਮਾਂ ਦੇ ਵਿੱਚ ਖੁੱਭਦੀ ਗਈ। ਬਿਲਕੁਲ ਹੀ ਬਹੁਤ ਜ਼ਿਆਦਾ ਮੇਰੀ ਕੰਡੀਸ਼ਨ ਇੰਨੀ ਮਾੜੀ ਸੀ ਕਿ ਬੱਚਿਆਂ ਵੱਲ ਵੀ ਵੇਖ ਕੇ ਦੁੱਖ ਹੁੰਦਾ ਸੀ। ਫਿਰ ਜਦੋਂ ਅਸੀਂ ਥੋੜ੍ਹੀ ਜਿਹੀ ਸੁਰਤ ਸੰਭਾਲੀ, ਅਸੀਂ ਦੇਖਣਾ ਕਿ ਮੰਮੀ ਨੂੰ ਦੁਸ਼ਟ ਆਤਮਾ ਦੇ ਅਟੈਕ ਹੋਣੇ। ਇਹਨਾਂ ਨੇ ਜਾਣੀ ਕਿ ਬਹੁਤ ਉੱਚੀ ਉੱਚੀ ਬੋਲਣਾ, ਬਹੁਤ ਜ਼ਿਆਦਾ ਇਹਨਾਂ ਨੇ ਜਾਣੀ ਕਿ ਬੋਲਣਾ, ਤੇ ਇਸੇ ਤਰ੍ਹਾਂ ਹੀ ਡਰ ਜਾਣਾ ਕਿ ਜਾਣੀ ਕਿ ਇਹ ਹੋਣ ਕੀ ਰਿਹਾ ਵਾ। ਕਿਉਂਕਿ ਇਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ, ਇਸੇ ਕਰਕੇ ਅਸੀਂ ਨਾ ਸਾਰੀ ਰਾਤ ਇਹਨਾਂ ਦੇ ਲਾਗੇ ਬੈਠੇ ਰਹਿਣਾ। ਇਹਨਾਂ ਨੇ ਫਿਰ ਸਾਡੇ ਤੋਂ ਚੋਰੀ ਜਾਣੀ ਕਿ ਨੀਂਦ ਦੀਆਂ ਗੋਲੀਆਂ ਖਾਣੀਆਂ। ਮੈਂ ਮੰਮੀ ਨੂੰ ਕਹਿਣਾ ਮੰਮੀ ਨੀਂਦ ਦੀਆਂ ਗੋਲੀਆਂ ਨਾ ਖਾਇਆ ਕਰ, ਇਹ ਚੰਗੀਆਂ ਨਹੀਂ ਹੁੰਦੀਆਂ। ਇਹਨਾਂ ਨੇ ਜਾਣੀ ਕਿ ਫਿਰ ਵੀ ਮੇਰੇ ਤੋਂ ਚੋਰੀ ਨੀਂਦ ਦੀਆਂ ਗੋਲੀਆਂ ਲੈ ਕੇ ਖਾ ਲੈਣੀਆਂ। ਲਗਾਤਾਰ ਇਹਨਾਂ ਦੇ ਸਿਰ ਦੇ ਵਿੱਚ ਦਰਦ ਰਹਿੰਦੀ ਸੀ। ਫਿਰ ਇਹ ਸਿਰ ਸਾਰਾ ਦਿਨ ਸਾਰੀ ਰਾਤ ਚੁੰਨੀ ਸਿਰ ਤੇ ਬਣ ਕੇ ਮੈਡੀਸਿਨ ਵੀ ਲੈਂਦੇ ਸੀ, ਪਰ ਇਹਨਾਂ ਦਾ ਸਿਰ ਦਾ ਕੋਈ ਫਰਕ ਨਹੀਂ ਪੈਂਦਾ। ਫਿਰ ਅਸੀਂ ਇਹਨਾਂ ਨੂੰ ਜਾਣੀ ਕਿ ਅਸੀਂ ਇਹਨਾਂ ਨੂੰ ਡਾਕਟਰਾਂ ਕੋਲ ਵਿਖਾਇਆ, ਪਰ ਫਿਰ ਵੀ ਮੈਡੀਸਿਨ ਖਾਣੀ ਕੋਈ ਫਰਕ ਨਹੀਂ ਪਿਆ। ਫਿਰ ਅਸੀਂ ਇਹਨਾਂ ਨੂੰ ਅੰਮ੍ਰਿਤਸਰ ਜਿਹੜਾ ਪਾਗਲ ਦਾ ਹਸਪੀਟਲ ਹੈ ਅਸੀਂ ਉੱਥੇ ਲੈ ਕੇ ਗਏ। ਜਦੋਂ ਅਸੀਂ ਇਹਨਾਂ ਨੂੰ ਅੰਮ੍ਰਿਤਸਰ ਮੈਂਟਲ ਹਸਪੀਟਲ ਲੈ ਕੇ ਗਏ, ਉੱਥੇ ਉਹਨਾਂ ਨੇ ਇਹਨਾਂ ਦਾ ਚੈੱਕਅਪ ਕੀਤਾ। ਉਹਨਾਂ ਨੇ 3 ਮਹੀਨੇ ਦੀ ਦਵਾਈ ਦੇ ਦਿੱਤੀ। ਇਹਨਾਂ ਨੇ 3 ਮਹੀਨੇ ਦਵਾਈ ਖਾਧੀ, ਲੇਕਿਨ ਕੋਈ ਨਹੀਂ ਫਰਕ ਪਿਆ। ਫਿਰ ਅਸੀਂ ਇਹਨਾਂ ਨੂੰ ਗੁਰਦਾਸਪੁਰ ਬ੍ਰੇਨ ਦੇ ਸਪੈਸ਼ਲਿਸਟ ਡਾਕਟਰ ਕੋਲ ਲੈ ਗਏ। ਉਹਨਾਂ ਨੇ ਇਹਨਾਂ ਦੀਆਂ ਰਿਪੋਰਟਾਂ ਕੀਤੀਆਂ, ਉਹਨਾਂ ਨੇ ਇਹਨਾਂ ਨੂੰ ਮੈਡੀਸਿਨ ਦਿੱਤੀ, ਲੇਕਿਨ ਕੋਈ ਫਰਕ ਨਹੀਂ ਪਿਆ। ਜਦੋਂ ਇਹਨਾਂ ਨੂੰ ਗੁਰਦਾਸਪੁਰ ਦੇ ਦੂਸਰੇ ਹਸਪੀਟਲ ਦੇ ਵਿੱਚ ਵੀ ਨਹੀਂ ਫਰਕ ਪਿਆ, ਫਿਰ ਇਹਨਾਂ ਨੂੰ ਅਸੀਂ ਤੀਸਰੇ ਹਸਪੀਟਲ ਮਕੇਰੀਆ ਪੁਰਾਣੇ ਸਾਲੇ ਖੜਿਆ, ਲੇਕਿਨ ਉੱਥੇ ਵੀ ਰਿਪੋਰਟਾਂ ਹੋਈਆਂ। ਉੱਥੋਂ ਉਹਨਾਂ ਨੇ ਮੈਡੀਸਿਨ ਦਿੱਤੀ, ਮੈਡੀਸਿਨ ਖਾਧੀ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ। ਫਿਰ ਅਸੀਂ ਇਹਨਾਂ ਨੂੰ ਅੰਮ੍ਰਿਤਸਰ ਦੇ ਸਪੈਸ਼ਲਿਸਟ ਡਾਕਟਰ ਕੋਲ ਲੈ ਕੇ ਗਏ। ਜਦੋਂ ਇਹਨਾਂ ਨੂੰ ਅਸੀਂ ਅੰਮ੍ਰਿਤਸਰ ਦੇ ਸਪੈਸ਼ਲਿਸਟ ਦਿਮਾਗ ਦੇ ਬਹੁਤ ਵੱਡੇ ਡਾਕਟਰ ਕੋਲ ਲੈ ਕੇ ਉਹਨਾਂ ਨੇ ਇਹਨਾਂ ਦੀ MRI ਕੀਤੀ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਦੀਆਂ ਦਿਮਾਗ ਦੀਆਂ ਨਾੜਾਂ ਸੁੰਗੜ ਗਈਆਂ ਨੇ ਤੇ ਇਹਨਾਂ ਨੂੰ ਇੱਥੇ ਹਸਪੀਟਲ ਦੇ ਵਿੱਚ ਰੱਖਣਾ ਪਵੇਗਾ। ਉਹਨਾਂ ਨੇ ਇਹਨਾਂ ਨੂੰ 15 ਦਿਨ ਹਸਪੀਟਲ ਦੇ ਵਿੱਚ ਰੱਖਿਆ। ਜਦੋਂ ਹਸਪੀਟਲੋਂ ਮੈਨੂੰ ਛੁੱਟੀ ਮਿਲੀ ਨਾ, ਮੈਂ ਡਾਕਟਰ ਨੂੰ ਪੁੱਛਿਆ ਵੀ ਡਾਕਟਰ ਜੀ ਮੈਨੂੰ ਕਿੰਨਾ ਸਾਲ ਮੈਡੀਸਨ ਖਾਣੀ ਪਏਗੀ। ਉਹ ਕਹਿੰਦਾ ਜਿੱਦਾਂ ਤੱਕ ਤੁਹਾਡੀ ਲਾਈਫ ਚੱਲੇਗੀ ਉਹਨਾਂ ਤੱਕ ਤੁਹਾਡੀ ਮੈਡੀਸਨ ਖਾਣੀ ਪੈਣੀ ਆ। ਕੋਈ ਵੀ ਚੀਜ਼ ਖਾਣੀ ਬਿਲਕੁਲ ਲਾ ਕੇ ਬੁਰਕੀ ਰੋਟੀ ਖਾਣੀ। ਮੈਂ ਜੇ ਮੈਂ ਖਾਊਂਗੀ ਇਹਦੇ ਨਾਲ ਮੇਰੇ ਸਿਰ ਨੂੰ ਨੁਕਸ ਪੈ ਜਾਊਗਾ। ਬਿਲਕੁਲ ਮੇਰੀ ਜ਼ਿੰਦਗੀ ਜਿਹੜੀ ਬਿਲਕੁਲ ਖਰਾਬ ਹੋ ਚੁੱਕੀ ਸੀ, ਬਿਲਕੁਲ ਜੀਣ ਨੂੰ ਨਹੀਂ ਦਿਲ ਕਰਦਾ। ਮੇਰੀ ਲਾਈਫ ਬਿਲਕੁਲ ਦਵਾਈਆਂ ਦੇ ਉੱਤੇ ਡਿਪੈਂਡ ਹੁੰਦੀ ਸੀ ਕਿ ਮੈਂ ਰੋਟੀ ਖਾਣਾ ਭੁੱਲ ਸਕਦੀ ਹਾਂ ਪਰ ਦਵਾਈ ਖਾਣਾ ਨਹੀਂ ਭੁੱਲ ਸਕਦੀ। ਮੇਰਾ ਸਿਰ ਫੜਿਆ ਹੀ ਰਹਿੰਦਾ ਸੀ, ਬੌਂਦਲਿਆ ਹੀ ਰਹਿੰਦਾ ਸੀ। ਇੰਝ ਹੁੰਦਾ ਵੀ ਮੈਂ ਇੱਥੇ ਵੀ ਡਿੱਗ ਜੂੰਗੀ, ਨਾ ਮੈਂ ਕੋਠੇ ਤੇ ਚੜ ਸਕਦੀ, ਨਾ ਇਕੱਲੀ ਗਲੀ 'ਚ ਨਿਕਲ ਸਕਦੀ ਹਾਂ। ਜਦੋਂ ਮੇਰੇ ਇਦਾਂ ਦੇ ਹਾਲਾਤ ਸੀ ਤਦ ਵੀ ਮੈਨੂੰ ਪਰਮੇਸ਼ਰ ਤੇ ਭਰੋਸਾ ਸੀ। ਮੈਂ ਕਾਫੀ ਦੇਰ ਤੋਂ ਖਾਂਬੜਾ ਚਰਚ ਨਾਲ ਜੁੜੀ ਹੋਈ ਹਾਂ। ਮੈਂ ਵੀਰਵਾਰ ਦੀ ਐਤਵਾਰ ਦੀ ਖਾਂਬੜਾ ਚਰਚ ਦੀ ਬੰਦਗੀ ਵੇਖਦੀ ਹੁੰਦੀ ਹਾਂ। ਉਦੋਂ ਮੇਰੇ ਅੰਦਰ ਹੋਰ ਵੀ ਹੌਸਲਾ ਵੱਧ ਜਾਂਦਾ ਹੈ ਵੀ ਇਹ ਠੀਕ ਹੋ ਸਕਦੇ ਨੇ ਤੇ ਮੈਂ ਵੀ ਠੀਕ ਹੋ ਸਕਦੀ ਹਾਂ। 19 ਤਰੀਕ ਦੂਸਰਾ ਮਹੀਨਾ 2023 ਵਿੱਚ ਜਦੋਂ ਮੈਂ ਖਾਂਬੜਾ ਚਰਚ ਵਿੱਚ ਆਈ, ਉਸ ਦਿਨ ਜਦੋਂ ਪਰਮੇਸ਼ਰ ਦੇ ਦਾਸ ਨੇ
ਪ੍ਰਾਰਥਨਾ ਕੀਤੀ ਬਿਮਾਰੀਆਂ ਵਾਸਤੇ, ਦੁਸ਼ਟ ਆਤਮਾ ਵਾਸਤੇ। ਉਸ ਪ੍ਰਾਰਥਨਾ ਨੂੰ ਮੈਂ ਰਿਸੀਵ ਕੀਤਾ ਆਪਣੇ ਲਈ। जो लोग दुष्ट आत्मा के ग्रसित बीमारियों से पकड़े हुए हैं, खुदावन से आप मांगेंगे, खुदावन मुझे अपने नाम के निमित्त छुड़ा, अपने नाम के लिए मुझे आजाद कर, चंगा कर, छू मेरी बॉडी को टच कर और उसे आजाद कर। ਜਦੋਂ ਇਸ ਮੈਂ ਪ੍ਰਾਰਥਨਾ ਰਿਸੀਵ ਕੀਤਾ ਉਸੇ ਵੇਲੇ ਹੀ ਮੈਨੂੰ ਪਵਿੱਤਰ ਆਤਮਾ ਨੇ ਛੂਆ। ਮੇਰਾ ਜਿਹੜਾ ਸਰੀਰ ਹੀ ਬਿਲਕੁਲ ਇੱਦਾਂ ਹੋਇਆ ਕਿ ਜਿਸ ਤਰ੍ਹਾਂ ਕੋਈ ਸਰੀਰ ਮੈਨੂੰ ਛੱਡ ਕੇ ਚੀਜ਼ ਚਲੀ ਗਈ ਮੇਰੇ ਸਰੀਰ ਨੂੰ। ਮੇਰਾ ਸਰੀਰ ਬਿਲਕੁਲ ਹੀ ਹੌਲਾ ਹੋ ਗਿਆ। ਉਸ ਪ੍ਰੇਅਰ ਤੋਂ ਬਾਅਦ ਬਿਲਕੁਲ ਮੈਂ ਠੀਕ ਹੋ ਚੁੱਕੀ ਹਾਂ। ਹੁਣ ਆਪਣਾ ਕੰਮ ਮੈਂ ਖੁਦ ਕਰਨੀ ਆ, ਆਪਣੇ ਕੱਪੜੇ ਖੁਦ ਧੋਨੀ ਆ। ਹੁਣ ਮੈਂ ਚੰਗਾ ਖਾਣਾ ਖਾਂਦੀ ਆ, ਹੁਣ ਮੈਂ ਚੰਗੀ ਨੀਂਦ ਸੌਂਦੀ ਆ। ਹੁਣ ਮੈਂ ਕੋਈ ਨੀਂਦ ਦੀ ਗੋਲੀ ਨਹੀਂ ਲੈਂਦੀ, ਕੋਈ ਦਵਾਈ ਨਹੀਂ ਖਾਂਦੀ। ਦਵਾਈਆਂ ਤੋਂ ਛੁਟਕਾਰਾ ਪ੍ਰਭੂ ਨੇ ਮੈਨੂੰ ਦੇ ਦਿੱਤਾ। ਨਾ ਹੁਣ ਮੈਨੂੰ ਸੁਪਨੇ ਵਿੱਚ ਮੁਰਦੇ ਦੇਖਦੇ ਨੇ, ਨਾ ਹੁਣ ਮੈਨੂੰ ਡਰ ਲੱਗਦਾ ਵਾ। ਮੈਂ ਆਪਣੇ ਬੱਚਿਆਂ ਦੇ ਵਿੱਚ ਬਹੁਤ ਖੁਸ਼ ਹਾਂ। ਜਿੰਨੇ ਦੁਸ਼ਟ ਆਤਮਾ ਦੇ ਜਕੜੇ ਹੋਏ ਨੇ, ਜਿੰਨੇ ਹੀ ਬਿਮਾਰੀਆਂ ਵਿੱਚ ਨੇ, ਜਿੰਨੇ ਹੀ ਦੁਖੀ ਬਿਮਾਰ ਨੇ, ਉਹ ਜ਼ਿੰਦਗੀ ਚਰਤਾ ਹਿੱਸਾ ਬਣੋ। ਤੁਸੀਂ ਖੁਦਾ ਵਿੱਚ ਅੜੇ ਰਹੋ, ਖੜੇ ਰਹੋ। ਉਹ ਠੀਕ ਕਰਨ ਦੀ ਸਮਰਥ ਰੱਖਦਾ ਹੈ। ਮੈਂ ਇਸ ਵੱਡੇ ਛੁਟਕਾਰੇ ਦੇ ਲਈ ਪ੍ਰਭੂ ਦਾ ਧੰਨਵਾਦ ਕਰਨੀ ਆ, ਪ੍ਰਭੂ ਦੇ ਦਾਸ ਦਾ ਧੰਨਵਾਦ ਕਰਨੀ ਆ। ਸਭ ਨੂੰ ਜੈ ਮਸੀਹ ਜੀ। आज ये भाई अपने जीवन की अद्भुत गवाही देने जा रहे हैं कि कैसे हमारे जीवित परमेश्वर ने अपने वचन के द्वारा इस भाई को छूकर नशे से आजाद करके इनके जीवन को खुशियों से भर दिया। तो आइए हम सुनते हैं इनकी अमेजिंग टेस्टिमनी को। सबको जय मसीह की। मेरा नाम हरि कृष्ण है, ये मेरी मिसेज है, इनका नाम केशवती है। हम उत्तर प्रदेश के जिला मेरठ के रहने वाले हैं। आज मैं अपने जीवन की बहुत बड़ी गवाही देने जा रहा हूँ। अब मेरी उम्र 50 साल है। जब मैं 20 साल का था तो मैं अपने यहाँ से मेरठ से काम सीखने दिल्ली गया ड्राइवर लाइन में। जो मेरा उस्ताद ड्राइवर था मैं हेल्पर ही करता था उसके साथ में। वो मुझे गाड़ी सिखाता था तो नशा करता था। वो मेरे से पैसे देता था और दारू मंगाता था। मैं उसके लिए रोज़ दारू ला के उसको देता था। वो बात जब मेरे को कई महीने हो गए, बोल लगा तू ही पीने शुरू करे, तू पी लग। मैंने उसको मना करा। वो कह लगा तू दारू नहीं पिएगा तो मैं तेरे को गाड़ी नहीं सिखाऊंगा। उस लालच से मैं भी उसके साथ दारू पीने लगा। जब मैंने पहली बार दारू को नशा करा, पीने के बाद मेरे को थोड़ी देर तो कुछ नहीं, उसके बाद मेरा सिर चकराने लगा और मेरे कदम बहकने लगे। मेरा उस्ताद मेरे से रोज जो ड्राइवर था जो मेरे गाड़ी सिखा रहा था, वो रोज़ मेरे से दारू मंगाता था। हम दोनों बैठ के साथ पीते। इसके साथ साथ मेरी दारू की और नशे की लत बढ़ती चली गई। उस टाइम तक मैंने गाड़ी लाइन में काम किया। उसके बाद फिर मैंने गाड़ी लाइन छोड़कर मैं अपने गांव में आ गया। गांव में आने के बाद मैंने अपने पकौड़ियों का ठेला शुरू कर दिया, खोमचा लगाना शुरू करा। उसकी में भी मेरे को पीने वालों ने मेरे साथ नहीं छोड़ा। जो वहाँ पे ग्राहक आए तो वो मेरे मिलने पीने वाले वो कहते खुद पीते और मुझे पिलाते। दारू के साथ साथ जब नशे की पूर्ति तो भांग पीने लगा, गुटके और दिलबाग भी खाने लगा। इससे मेरी नशे की लतें और बढ़ती चली गई। मेरी नशे की लतें बढ़ती गई कि मैं एक दिन में 1 बोतल दारू की और जी आधी डिब्बी सिगरेट की, भांग की भर के, गांजे की भर के और जी 1 मंडल बीड़ी का भर के और ये 4-5 जो है ये तम्बाकू खा लेता, तम्बाकू पुड़िया खा लेता था। 2002 में मेरी शादी हो गई और मैं फिर भी नशा करता था। नशे का ना तो मेरे घर वालों को पता था और ना मेरी वाइफ को पता था। मेरी वाइफ को धीरे धीरे मेरे नशे के बारे में पता लगने लगा और मेरे घर में कलेश होने लगा। मेरी नशे की लत इतनी बढ़ चुकी थी कि मैं बिना नशे के नहीं रह पाता था। और नशा इतना करने लगा कि जब दारू से काम नहीं चलता था तो उस साथ में भांग, गांजा और जी बीड़ी भर के, सिगरेट भरे गांजे की पीता था मैं। उससे अपने नशे की पूर्ति करता था। फिर मुझे धीरे धीरे पता चलने लगा। जब ये शराब पी के घर आते थे तो मुझे इनके मुंह में से स्माइल आने लगी। मैं इनसे पूछती थी कि आप दारू पीते हो, तो ये कहते थे कि नहीं, मैं दारू नहीं पीता। फिर मैंने इनके कदम बहकते देखे, मुझे रोज़ शक होने लगा।
दुकान बंद करने के बाद में जो मेरे यार दोस्त थे पीने खाने वाले मुर्गा वगैरह ले आते थे, फिर ठेले में मुर्गा बनाते थे और उनके साथ में दारू पीता था। इसी स्थिति में नशे की हालत में 4-5 बार झगड़ा हुआ, जिससे 4-5 बार थाने भी जाना पड़ा। जो भी मैं कमाता था उसका ज़्यादातर पैसा मैं नशे में उड़ा देता। मेरी नशे की आदत इतनी ज़्यादा बढ़ चुकी थी कि मैं बगैर नशे के एक दिन भी बगैर नशे के नहीं रह पाता था। चाहे मेरे को किसी से कर्जा लेकर पीनी हो या किसी से लेके उधार लेकर पीनी हो। जब मेरे को नशा नहीं मिलता था तो मेरी बॉडी इतनी कमज़ोर हो जाती थी कि मेरे को काम करने को मन नहीं करता था। मैं 4 पैसा उठ नहीं पाता था और ना ही मेरे को किसी से बात करने को मन करता था। आस पड़ोस के लोग, मैं नशे में रहता था, टाइम कभी झगड़ा ना करते, हमारे साथ मारे पिटाने कर दे, किसी से मेरे से बात नहीं करते थे। मैं सोचता था कि नशे को छोड़ दूँ, पर मैं नशा छोड़ नहीं पा रहा था। हमारे किसी ने हमें बताया, खामरा चर्च के बारे में बताया कि वहाँ से एक काम करो, आप वहाँ की मीटिंग अटेंड करके देखो कि वहाँ पे नशे से छुटकारा मिलता है। फिर हमने यूट्यूब के माध्यम से खामरा चर्च की ऑनलाइन मीटिंग को देखना शुरू कर दिया और हम ऑनलाइन से जुड़ गए। 13 जुलाई 2023 को जब हम खामरा चर्च में आए और प्रभु के दास ने नशे वालों के लिए प्रार्थना करी तो हमने प्रार्थना को रिसीव करा। अपने हाथों को उठा के बोलो, सारी दुष्ट आत्माएं, जादू टोना, सब तरह की गंदी आत्माएं, भरमाने वाली, व्यभिचार, नशे की, आउट, आउट। जैसे मैंने उस प्रार्थना को रिसीव करने के बाद मेरे शरीर में एकदम गर्माहट आया और मेरा शरीर हल्कापन होने लगा और मेरे एकदम ऐसा लगा जैसे मेरे शरीर से कुछ निकला हो और मैं एकदम बिल्कुल हल्का हो गया। जब मैं अपने घर पे पहुंचा तो मेरा किसी भी नशे के लिए, ना भांग के लिए, ना दारू के लिए, ना बीड़ी के लिए, ना सिगरेट के लिए, ना दिलबाग के लिए, ना गुटखे के लिए, मेरा किसी भी चीज़ के लिए मन नहीं करा। और जो मेरे यहाँ पे घर में नशे का सामान रखा था मैंने सब तोड़ के उसको फेंक दिया। जब से मैंने नशे छोड़ दिए हैं, मेरे नशे छूट गए हैं, मेरे को अपनी लाइफ बहुत अच्छी लगने लगी और मेरे परिवार में प्यार और जी बरकत रहने लगी। जब से मैंने नशा छोड़ा है मैं अपने परिवार में बहुत खुश हूँ, मेरा परिवार मेरे से बहुत खुश है। जो लोग नशा करते हैं मैं कहता हूँ कि वे प्रभु यीशु में से विश्वास करें और जी प्रभु यीशु मसीह को ग्रहण करें, उनके भी नशे छूट जाएंगे और वे भी मेरी तरह नशे से आज़ाद हो जाएंगे। इस बड़े छुटकारे के लिए हम प्रभु का धन्यवाद करते हैं और प्रभु के दास का धन्यवाद करते हैं और सभी को जय मसीह की। तारीफ करें जोर से परमेश्वर के लिए, जोर से। ऑनलाइन लोग भी, यूएसए ब्रांच, इटली ब्रांच, यूएसए, कनाडा, सब लोग परमेश्वर की तारीफ करें। हालेलुया, थैंक यू जीसस। सबसे महान